हाँ जी दोस्तों, ਅੱਜ ਗੱਲਬਾਤ ਕਰਾਂਗੇ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਜੀਵਨ ਦੇ ਭਾਗ 5ਵੇਂ ਬਾਰੇ। ਸੋ ਭਾਗ ਚੌਥੇ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਬੰਟੀ ਕੈਟ ਹੁੰਦਾ ਹੈ ਉਹਦਾ ਸੋਧਾ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਬੀਬੀ ਸੰਦੀਪ ਕੌਰ ਜੀ ਨੇ ਉਹਨਾਂ ਨੂੰ ਗੁੱਜਰ ਪਰੇ ਜਾਣਾ ਪੈਂਦਾ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੇਣ। ਵਾਹਵਾ ਸਮਾਂ ਮੈਂ ਗੁੱਜਰ ਪਰੇ ਇਕੱਲੀ ਰਹਿੰਦੀ ਰਹੀ। ਕਦੇ ਕਦਾਈ ਆ ਕੇ ਸਿੰਘ ਸਾਹਿਬ ਖੁਦ ਮੈਨੂੰ ਮਿਲ ਜਾਂਦੇ ਸਨ। ਇਸ ਸਫ਼ਰ ਵਿੱਚ ਹੁਣ ਤੱਕ ਵਧੇਰੇ ਸਮਾਂ ਮੈਨੂੰ ਗਰੁੱਪ ਤੋਂ ਲਾਂਭੇ ਇਕੱਲੇ ਨੂੰ ਹੀ ਬਿਤਾਉਣਾ ਪਿਆ ਸੀ। ਕਈ ਵਾਰ ਕਿਸੇ ਵਿਸ਼ੇਸ਼ ਠਾਰ ਜਾਂ ਥਾਂ ਤੇ ਜਾਣਾ ਹੁੰਦਾ ਤਾਂ ਮੈਨੂੰ ਨਾਲ ਲੈ ਕੇ ਵੀ ਜਾਂਦੇ ਸਨ, ਪਰ ਵਧੇਰੇ ਸਮਾਂ ਮੈਂ ਕਿਸੇ ਹੋਰ ਡੇਰੇ ਤੇ ਹੁੰਦੀ ਤੇ ਇਹ ਕਿਸੇ ਹੋਰ ਤੇ। 22 ਸਤੰਬਰ 1999 ਨੂੰ ਮੈਂ ਏਸੀ ਡੇਰੇ ਤੇ ਸੀ। ਸਿੰਘ ਸਾਹਿਬ ਖੁਦ ਆਏ ਤੇ ਮੈਨੂੰ ਮਿਲ ਕੇ ਗਏ। ਇਹਨਾਂ ਨੇ ਇੰਨਾ ਹੀ ਦੱਸਿਆ ਕਿ ਚਾਚੋ ਵਾਲੀ ਕਿਸੇ ਕੰਮ ਜਾਣਾ ਮੈਂ। ਚਾਚੋ ਵਾਲੀ ਜਾਣ ਲਈ ਨਹਿਰ ਦੀ ਇੱਕ ਤੰਗ ਪੁਲੀ ਪਾਰ ਕਰਨੀ ਪੈਂਦੀ ਸੀ। ਇਹ ਪੁਲੀ ਇਸ ਘਰ ਦੇ ਬਿਲਕੁਲ ਕੋਲ ਹੀ ਸੀਗੀ। ਰੋਜ਼ ਵਾਂਗ ਰੋਟੀ ਖਾ ਕੇ ਮੈਂ ਸੌਣ ਦੀ ਤਿਆਰੀ ਕਰਨ ਲੱਗ ਪਈ। ਅਚਾਨਕ ਗੋਲੀ ਦੀ ਆਵਾਜ਼ ਆਈ। ਇਹ ਆਵਾਜ਼ ਪੁਲੀ ਵੱਲੋਂ ਆਈ ਸੀ। ਮੇਰੇ ਕੰਨ ਖੜੇ ਹੋ ਗਏ। ਮੈਂ ਘੜੀ ਵੱਲ ਵੇਖਿਆ। ਸਿੰਘ ਸਾਹਿਬ ਨੂੰ ਗਿਆ ਨੂੰ 1.5 ਘੰਟੇ ਹੀ ਹੋਇਆ ਸੀ ਹਲੇ। ਫਿਰ ਇੱਕਦਮ 2 ਗੋਲੀਆਂ ਚੱਲੀਆਂ। ਮੇਰੀ ਬੇਚੈਨੀ ਵੱਧ ਗਈ, ਪਰ ਮੈਂ ਆਰਾਮ ਨਾਲ ਬੈਠੀ ਰਹੀ। ਫਿਰ ਇੱਕਦਮ ਗੋਲੀਆਂ ਤੜ-ਤੜ ਕਰਕੇ ਚੱਲਣ ਦੀ ਆਵਾਜ਼ ਆਉਣ ਲੱਗ ਪਈ। ਹੁਣ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਸਾਡੇ ਗਰੁੱਪ ਦਾ ਹੀ ਮੁਕਾਬਲਾ ਹੋਇਆ। ਅੱਧੇ ਕੁ ਘੰਟੇ ਬਾਅਦ ਪੁਲਿਸ ਦੀਆਂ ਗੱਡੀਆਂ ਦੀ ਘੂੰ-ਘੂੰ ਦੇ ਨਾਲ ਹੀ ਉਹਨਾਂ ਦੀਆਂ ਲਾਈਟਾਂ ਵੀ ਚਮਕਣ ਲੱਗ ਪਈਆਂ। ਇਸ ਹਾਲਤ ਵਿੱਚ ਹੀ ਮੈਂ ਮੰਜੇ ਤੇ ਲੇਟ ਗਈ, ਪਰ ਨੀਂਦ ਕਿੱਥੇ। ਸਾਰੀ ਰਾਤ ਮੈਂ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਜਾ ਕੇ ਹੀ ਕੱਟੀ। ਅੱਜ ਮੈਂ ਭਾਵੇਂ ਸਾਰਾ ਨਿਤਨੇਮ ਆਮ ਵਾਂਗ ਹੀ ਕੀਤਾ, ਪਰ ਮੇਰੇ ਮਨ ਵਿੱਚ ਕਾਹਲੀ ਸੀ। ਮੈਂ ਅਖਬਾਰ ਬੇਸਬਰੀ ਨਾਲ ਉਡੀਕ ਰਹੀ ਸੀ। ਜਦੋਂ ਅਖਬਾਰ ਆਈ ਤਾਂ ਮੈਂ ਕਾਹਲੀ ਨਾਲ ਵਾਰਦਾਤਾਂ ਵਾਲਾ ਸਾਰਾ ਕਾਲਮ ਪੜ੍ਹ ਲਿਆ, ਪਰ ਇਸ ਮੁਕਾਬਲੇ ਦੇ ਬਾਰੇ ਇੱਕ ਅੱਖਰ ਵੀ ਨਾ ਲੱਭਾ। ਫਿਰ ਮੈਨੂੰ ਅਚਾਨਕ ਹੀ ਖਿਆਲ ਆਇਆ ਕਿ ਇਹ ਮੁਕਾਬਲਾ ਤਾਂ ਦੇਰ ਰਾਤ ਹੋਇਆ। ਇਸ ਦੀ ਖਬਰ ਤਾਂ ਅਗਲੇ ਦਿਨ ਦੀ ਅਖਬਾਰ 'ਚ ਆਊ। ਮੈਂ ਹੋਰ ਬੇਚੈਨ ਹੋ ਗਈ। ਹੁਣ ਰੇਡੀਓ ਤੋਂ ਖਬਰਾਂ ਸੁਣਨ ਦਾ ਖਿਆਲ ਦਿਮਾਗ ਵਿੱਚ ਆਇਆ। ਮੈਂ ਉਚੇਚੇ ਤੌਰ ਤੇ ਖਬਰਾਂ ਸੁਣੀਆਂ ਵੀ, ਪਰ ਕੋਈ ਖਬਰ ਇਸ ਵਿੱਚੋਂ ਵੀ ਨਾ ਸੁਣਨ ਨੂੰ ਮਿਲੀ। ਮੇਰੀ ਬੇਚੈਨੀ ਪਲ-ਪਲ ਵੱਧਦੀ ਜਾ ਰਹੀ ਸੀ। ਇਸ ਬੇਚੈਨੀ ਨਾਲ ਮੈਂ ਅੰਦਰ ਕਮਰੇ ਵਿੱਚ ਟਹਿਲ ਰਹੀ ਸੀ ਜਦੋਂ ਗੁਆਂਢ ਦੀ ਇੱਕ ਬੀਬੀ ਨੇ ਇਸ ਘਰ ਵਾਲੀ ਬੀਬੀ ਨੂੰ ਆ ਕੇ ਆਵਾਜ਼ ਮਾਰੀ। ਫਿਰ ਉਹ ਬਰਾਂਡੇ ਵਿੱਚ ਬਹਿ ਕੇ ਗੱਲਾਂ ਕਰਨ ਲੱਗ ਪਈਆਂ ਤੇ ਮੈਂ ਆਪਣੀ ਉਧੇੜਬਣ ਵਿੱਚ ਖੁੱਭ ਗਈ। ਰਾਤ ਦਾ ਪਤਾ ਲੱਗਾ। ਗੁਆਂਢਣ ਬੀਬੀ ਦੀ ਇਸ ਗੱਲ ਨਾਲ ਮੇਰੇ ਕੰਨ ਖੜੇ ਹੋ ਗਏ। ਮੈਂ ਬੂਹੇ ਦੇ ਓਹਲੇ ਤੇ ਖਿੜਕੀ ਦੇ ਕੋਲ ਕੰਨ ਲਾ ਕੇ ਸੁਣਨ ਲੱਗ ਪਈ। ਕਾਹਦਾ? ਇਹ ਸਵਾਲ ਘਰ ਵਾਲੀ ਬੀਬੀ ਦਾ ਸੀ। ਤੈਨੂੰ ਨਹੀਂ ਪਤਾ ਰਾਤ ਕਿੰਨੀ ਗੋਲੀ ਚੱਲੀ ਆ? ਉਹ ਹੈਰਾਨ ਸੀ। ਗੋਲੀ ਤਾਂ ਚੱਲਦੀ ਹੋ ਰਹਿੰਦੀ ਐ। ਘਰ ਦੀ ਮਾਲਕਣ ਬੇਪਰਵਾਹ ਸੀ। ਉਹ ਨਹੀਂ, ਰਾਤੀ ਤਾਂ ਆਂਦੇ ਨੇ ਵੀ ਪੁਲੀ ਤੇ ਧਰਮ ਸਿੰਘ ਕਾਸ਼ਤੀਵਾਲ ਮਾਰਿਆ ਗਿਆ। ਉਹਦੀ ਆਵਾਜ਼ ਗੋਲੀ ਵਾਂਗ ਮੇਰੇ ਦਿਲ ਵਿੱਚ ਵੱਜੀ, ਪਰ ਉਹ ਬੀਬੀ ਬੋਲੀ ਜਾ ਰਹੀ ਸੀ। ਨਾਲ ਉਹਦੀ ਘਰ ਦੀ ਮਰੀ ਐ। ਆਂਦੇ ਥੋੜਾ ਚਿਰ ਹੀ ਹੋਇਆ ਸੀ ਇਹਨਾਂ ਦੇ ਵਿਆਹ ਨੂੰ। ਮੈਨੂੰ ਇੱਕ ਜ਼ੋਰਦਾਰ ਝਟਕਾ ਜ਼ਰੂਰ ਲੱਗਾ, ਪਰ ਮੈਂ ਆਪਣੇ ਆਪ ਨੂੰ ਸੰਭਾਲੀ ਰੱਖਿਆ। ਤੈਨੂੰ ਕਿਹਨੇ ਆਖਿਆ? ਘਰ ਵਾਲੀ ਬੀਬੀ ਨੇ ਪੁੱਛਿਆ। ਲੈ, ਸਾਰੇ ਦਾ ਰੌਲਾ ਪਿਆ। ਉਹ ਬੀਬੀ ਪੂਰੇ ਵਿਸ਼ਵਾਸ ਨਾਲ ਦੱਸ ਰਹੀ ਸੀ। ਉਹਦੀ ਘਰ ਦੀ ਚੁੰਨੀ ਤੇ ਜੁੱਤੀ ਵੀ ਉੱਥੇ ਸੁੱਕਣੀ ਪਾਈ ਹੋਈ ਹੈ ਪੁਲਿਸ ਵਾਲਿਆਂ ਨੇ। ਲਾਸ਼ਾਂ ਆਦੇ ਨੇ ਵੀ ਨਹਿਰ 'ਚ ਰੁੜ ਗਈਆਂ। ਉਹ ਬੀਬੀ ਨਹੀਂ ਸੀ ਜਾਣਦੀ ਕਿ ਜਿਹਦੀ ਚੁੰਨੀ ਉੱਥੇ ਸੁੱਕਣੇ ਪਈ ਹੈ ਉਹ ਤਾਂ ਉਹਦੇ ਤੋਂ ਇੱਕ ਨਿੱਕੀ ਜਿਹੀ ਕੰਧ ਦੇ ਓਹਲੇ ਖਲੋਤੀ ਸਾਰੀਆਂ ਗੱਲਾਂ ਸੁਣ ਰਹੀ ਹੈ। ਮੈਂ ਇੰਨਾ ਸਮਝ ਗਈ ਸੀ ਕਿ ਮੇਰੀ ਚੁੰਨੀ ਜੋ ਕਿ ਕਾਟਨ ਦੀ ਹੁੰਦੀ ਸੀ ਤੇ ਆਮ ਹੀ ਸਿੰਘ ਪਰਨੇ ਵਾਂਗ ਸਿਰ ਤੇ ਬੰਨ੍ਹ ਲੈਂਦੇ ਸਨ, ਉਸ ਨਾਲ ਭੁਲੇਖਾ ਪਿਆ। ਮੈਂ ਇਹ ਵੀ ਸੋਚ ਰਹੀ ਸੀ ਕਿ ਜੇਕਰ ਇਸ ਮੁਕਾਬਲੇ ਵਿੱਚ ਸਿੰਘ ਸਾਹਿਬ ਸ਼ਹੀਦ ਹੋਏ ਹੁੰਦੇ ਤਾਂ ਲਾਜ਼ਮੀ ਇਹ ਖਬਰ ਰੇਡੀਓ ਤੋਂ ਨਸ਼ਰ ਕੀਤੀ ਜਾਂਦੀ, ਕਿਉਂਕਿ ਇਹ ਇਲਾਕੇ ਅੰਦਰ ਬੱਬਰ ਖਾਲਸਾ ਦੇ ਪ੍ਰਮੁੱਖ ਆਗੂ ਸਨ। ਅਸਲੀਅਤ ਜਾਣਨ ਲਈ ਮੈਂ ਜਿੰਨੀ ਬੇਚੈਨ ਸੀ, ਹਾਲਾਤਾਂ ਦੇ ਸਾਹਮਣੇ ਓਨੀ ਬੇਬਸ ਸੀ। ਕਿਵੇਂ ਪਤਾ ਕਰਾਂ? ਐਨ ਇਸੇ ਸਮੇਂ ਇੱਕ ਦਿਲ ਵਿੰਨਵੀਂ ਚੀਕ ਨੇ ਮੇਰੀ ਖਿਆਲਾਂ ਦੀ ਲੜੀ ਤੋੜ ਦਿੱਤੀ। ਇਹ ਚੀਕ ਨਹਿਰ ਦੀ ਪੁੜੀ ਵੱਲੋਂ ਹੀ ਆਈ ਸੀ। ਫਿਰ ਥੋੜੀ ਚਿਰ ਬਾਅਦ ਇੱਕ ਹੋਰ ਚੀਕ ਆਈ, ਹੋਰ ਫਿਰ ਇੱਕ ਹੋਰ, ਤੇ ਫਿਰ ਚੀਕਾਂ ਨਿਰੰਤਰ ਗੂੰਜਣ ਲੱਗ ਪਈਆਂ। ਮੇਰੇ ਤੋਂ ਰਿਹਾ ਨਾ ਗਿਆ। ਮੈਂ ਬਿਨਾਂ ਇੱਕ ਪਲ ਹੋਰ ਰੁਕਿਆ ਪੌੜੀਆਂ ਰਾਹੀਂ ਛੱਤ ਤੇ ਜਾ ਚੜੀ। ਇੱਥੋਂ ਮੈਂ ਨਹਿਰ ਦੀ ਪੁੜੀ ਵੱਲ ਵੇਖਿਆ। ਖਾਕੀ ਵਰਦੀਆਂ ਵਾਲਿਆਂ ਦਾ ਇੱਕ ਵੱਡਾ ਝੁੰਡ ਦਿਸਦਾ ਸੀ, ਪਰ ਜਿਸ ਸਿੰਘ ਨੂੰ ਇੰਟੈਰੋਗੇਟ ਕੀਤਾ ਜਾ ਰਿਹਾ ਸੀ ਉਹ ਨਹੀਂ ਸੀ ਦਿਸਦਾ। ਚੀਕਾਂ ਰੁਕ ਗਈਆਂ। ਮੈਂ ਵਾਹਵਾ ਚਿਰ ਉੱਥੇ ਖਲੋਤੀ ਰਹੀ ਤੇ ਫਿਰ ਹੇਠਾਂ ਉਤਰ ਆਈ, ਪਰ ਸਾਰਾ ਹੀ ਦਿਨ ਰੁਕ ਕੇ ਇਹ ਚੀਕਾਂ ਗੂੰਜਦੀਆਂ ਰਹੀਆਂ। ਜਦੋਂ ਕੁਝ ਚਿਰ ਬਾਅਦ ਚੀਕਾਂ ਰੁਕਦੀਆਂ ਤਾਂ ਮੈਂ ਹੇਠਾਂ ਉਤਰ ਆਉਂਦੀ। ਚੀਕਾਂ ਫੇਰ ਗੂੰਜਦੀਆਂ ਤੇ ਮੈਂ ਕੋਠੇ ਤੇ ਚੜ ਜਾਂਦੀ। ਹੌਲੀ-ਹੌਲੀ ਸ਼ਾਮ ਨੂੰ ਇਹ ਚੀਕਾਂ ਖਾਮੋਸ਼ ਹੋ ਗਈਆਂ, ਪਰ ਮੇਰਾ ਦਿਲ ਸ਼ਾਂਤ ਨਹੀਂ ਸੀ ਹੋਇਆ। ਸ਼ਾਮ ਤੱਕ ਰੇਡੀਓ ਤੋਂ ਖਬਰਾਂ ਦਾ ਹਰ ਬੁਲਟਨ ਸੁਣਦਿਆਂ ਮੈਨੂੰ ਲਗਭਗ ਸਪਸ਼ਟ ਹੋ ਗਿਆ ਸੀ ਕਿ ਸਿੰਘ ਸਾਹਿਬ ਖੁਦ ਚੜ੍ਹਦੀ ਕਲਾ ਵਿੱਚ ਨੇ। ਭਾਵੇਂ ਕਿ ਮੁਕਾਬਲੇ ਦੌਰਾਨ ਲਾਸ਼ਾਂ ਨਹਿਰ ਵਿੱਚ ਰੁੜਨ ਦਾ ਇੱਕ ਖਦਸ਼ਾ ਅਜੇ ਵੀ ਮੇਰੇ ਅਚੇਤ ਮਨ ਵਿੱਚ ਬੈਠਾ ਸੀ, ਪਰ ਮੇਰੀ ਚੜ੍ਹਦੀ ਕਲਾ ਸ਼ਾਇਦ ਉਹਨਾਂ ਦੀ ਚੜ੍ਹਦੀ ਕਲਾ ਦਾ ਸੁਨੇਹਾ ਦੇ ਰਹੀ ਸੀ। ਸ਼ਾਮ ਤੱਕ ਮੈਨੂੰ ਸਿੰਘ ਸਾਹਿਬ ਦੇ ਚੜ੍ਹਦੀ ਕਲਾ ਵਿੱਚ ਹੋਣ ਬਾਰੇ ਪੱਕਾ ਯਕੀਨ ਹੋ ਜਾਣ ਦੇ ਬਾਵਜੂਦ ਮੈਂ ਅਗਲੇ ਦਿਨ ਦੀ ਅਖਬਾਰ ਤੇ ਟੇਕ ਧਰ ਦਿੱਤੀ। ਅਗਲੇ ਦਿਨ ਇਸ਼ਨਾਨ ਤੇ ਨਿਤਨੇਮ ਕਰਨ ਪਿੱਛੋਂ ਮੈਂ ਬੇਸਬਰੀ ਨਾਲ ਪਰ ਸ਼ਾਂਤ ਚਿੱਤ ਅਖਬਾਰ ਉਡੀਕ ਰਹੀ ਸੀ ਤਾਂ ਅਚਾਨਕ ਦਰਵਾਜ਼ਾ ਖੁੱਲਿਆ।
ਮੈਨੂੰ ਯਕੀਨ ਨਾ ਆਇਆ, ਮੇਰੇ ਸਾਹਮਣੇ ਸਿੰਘ ਸਾਹਿਬ ਖੁਦ ਆਪ ਖਲੋਤੇ ਸਨ। ਪਤਾ ਨਹੀਂ ਕਿਵੇਂ ਇਹ ਖੁਦ ਇੱਕ ਦੈਵੀ ਕ੍ਰਿਸ਼ਮੇ ਵਾਂਗ ਆਪ ਪ੍ਰਗਟ ਹੋਏ। ਮੈਂ ਖਿੜ ਗਈ। ਥੋੜਾ ਚਿਰ ਹੀ ਹਾਲ ਚਾਲ ਪੁੱਛਣ ਪਿੱਛੋਂ ਮੈਂ ਮੁਕਾਬਲੇ ਦੀ ਕਹਾਣੀ ਜਾਣਨ ਲਈ ਉਤਾਵਲੀ ਹੋ ਗਈ। ਸਿੰਘ ਸਾਹਿਬ ਨੇ ਥੋੜਾ ਰਿਲੈਕਸ ਹੋਣ ਪਿੱਛੋਂ ਜੋ ਕਹਾਣੀ ਸੁਣਾਈ ਉਹ ਬਹੁਤ ਹੀ ਦਿਲਚਸਪ ਸੀ। ਉਸ ਦਿਨ ਜਦੋਂ ਸਿੰਘ ਸਾਹਿਬ ਮੈਨੂੰ ਮਿਲ ਕੇ ਗਏ ਤਾਂ ਇਹਨਾਂ ਨੇ ਗਰੁੱਪ ਸਮੇਤ ਚਾਚੋਵਾਲੀ ਜਾਣਾ ਸੀ। ਗੁਰਦੀਪ ਸਿੰਘ ਪੀਏ ਦੇ ਪੈਰ ਵਿੱਚ ਇੱਕ ਘਟਨਾ ਸਮੇਂ ਕੱਚ ਵੱਜਾ ਸੀ ਜੋ ਉਹ ਲੰਗੜਾ ਕੇ ਤੁਰਦਾ ਸੀ। ਇਸ ਲਈ ਪੁਲੀ ਪਾਰ ਕਰਨ ਸਮੇਂ ਸਿੰਘ ਸਾਹਿਬ ਨੇ ਉਸ ਨੂੰ ਪਿੱਛੇ ਹੋ ਕੇ ਚੱਲਣ ਲਈ ਕਿਹਾ ਤੇ ਖੁਦ ਅੱਗੇ ਲੱਗੇ। ਚਾਚੋਵਾਲੀ ਦੀ ਬੈਗ ਤੇ ਬੈਠ ਕੇ ਗੱਲਬਾਤ ਕੀਤੀ ਤੇ ਦੁੱਧ ਪੀਤਾ ਉਹਨਾਂ ਨੇ। ਕੁਝ ਚਿਰ ਗੱਲਾਂ ਬਾਤਾਂ ਤੋਂ ਬਾਅਦ ਭਾਈ ਗੁਰਦੀਪ ਸਿੰਘ ਪੀਏ ਕਹਿਣ ਲੱਗਾ ਵੀ ਚਲੋ ਭਾਈ ਸਾਹਿਬ ਚੱਲੀਏ, ਨੀਂਦ ਬੜੀ ਆ ਰਹੀ ਹੈ। ਇਹ ਸਾਰੇ ਉੱਥੋਂ ਵਾਪਸ ਤੁਰ ਪਏ। ਜਾਂਦੇ ਸਮੇਂ ਕੋਈ ਨਾਕਾ ਨਹੀਂ ਸੀਗਾ, ਇਸ ਲਈ ਬੇਫਿਕਰੀ ਹੋਣ ਕਾਰਨ ਗੁਰਦੀਪ ਸਿੰਘ ਪੀਏ ਫੇਰ ਸਭ ਤੋਂ ਅੱਗੇ ਸੀ। ਪੁਲ ਦੇ ਨਾਲ ਝਾੜੀਆਂ ਵਿੱਚ ਉੱਚੀ ਥਾਂ ਤੇ ਲੁਕਵੇਂ ਰੂਪ ਵਿੱਚ ਸੀਆਰਪੀ ਘਾਤਲਾਂ ਹੀ ਬੈਠੀ ਸੀ। ਉਹਨਾਂ ਨੇ ਘਾਤ ਲਾ ਕੇ ਗੋਲੀ ਚਲਾਈ ਜੋ ਗੁਰਦੀਪ ਸਿੰਘ ਪੀਏ ਨੂੰ ਵੱਜੀ ਜਾਗੇ। ਅੱਗੇ ਨੂੰ ਭੱਜ ਕੇ ਪੀਏ ਨੇ ਨਹਿਰ 'ਚ ਛਾਲ ਮਾਰ ਦਿੱਤੀ। ਉਸ ਸੀਆਰਪੀ ਜਵਾਨ ਦਾ ਅਗਲਾ ਨਿਸ਼ਾਨਾ ਸਿੰਘ ਸਾਹਿਬ ਸਨ, ਪਰ ਇਸ ਤੋਂ ਪਹਿਲਾਂ ਕਿ ਸੀਆਰਪੀ ਵਾਲਾ ਫਾਇਰ ਕਰਦਾ, ਸਿੰਘ ਸਾਹਿਬ ਨੇ ਆਪਣੀ ਅਸਾਲਟ ਦੇ ਇੱਕੋ ਹੀ ਫਾਇਰ ਨਾਲ ਉਸ ਨੂੰ ਹੇਠਾਂ ਸੁੱਟ ਲਿਆ। ਫਿਰ ਨਿੱਕੀ ਜਿਹੀ ਝੜਪ ਪਿੱਛੋਂ ਇਹ ਸਾਰੇ ਸਹੀ ਸਲਾਮਤ ਉੱਥੋਂ ਨਿਕਲ ਆਏ। ਅਗਲੇ ਦਿਨ ਸਵੇਰੇ ਪੁਲਿਸ ਨੇ ਭਾਈ ਗੁਰਦੀਪ ਸਿੰਘ ਪੀਏ ਦੀ ਲਾਸ਼ ਨਹਿਰ ਵਿੱਚੋਂ ਕੱਢੀ। ਇਸ ਤੋਂ ਬਾਅਦ ਜਦੋਂ ਸਿੰਘ ਸਾਹਿਬ ਦੇ ਸ਼ਹੀਦ ਹੋਣ ਦੀ ਖਬਰ ਇਸ ਇਲਾਕੇ ਵਿੱਚ ਫੈਲੀ ਤਾਂ ਪਿੰਡ ਘੜੀਏ ਕੇ ਬਾਂਗਰ ਦਾ ਕਰਨੈਲ ਸਿੰਘ ਕੈਲੀ ਆਪਣੇ ਆਪ ਨੂੰ ਰੋਕ ਨਾ ਸਕਿਆ। ਸਾਥੀਆਂ ਦੇ ਰੋਕਦੇ ਉਸਨੇ ਕਿਹਾ ਵੀ ਮੈਂ ਭਾਈ ਸਾਹਿਬ ਦੇ ਅੰਤਮ ਦਰਸ਼ਨ ਜ਼ਰੂਰ ਕਰਨੇ ਨੇ। ਉਹ ਨਹਿਰ ਦੀ ਪੁਲੀ ਤੇ ਆ ਪੜਿਆ ਤੇ ਖਾਕੀ ਵਰਦਿਆਂ ਦੇ ਝੁਰਮਟ ਨੂੰ ਚੀਰਦਾ ਹੋਇਆ ਅੱਗੇ ਵਧ ਗਿਆ। ਉਸ ਦੀ ਇਸ ਦਲੇਰੀ ਤੋਂ ਪੁਲਿਸ ਨੂੰ ਸ਼ੱਕ ਪੈ ਗਿਆ ਤੇ ਨਾਲ ਹੀ ਲਾਸ਼ ਨੂੰ ਵੇਖ ਕੇ ਉਸਦੇ ਪਛਾਣ ਕਰਨ ਦੇ ਅੰਦਾਜ਼ ਅਤੇ ਲਾਸ਼ ਕਿਸੇ ਹੋਰ ਦੀ ਹੋਣ ਕਾਰਨ ਉਸਦੇ ਚਿਹਰੇ ਤੇ ਆਈ ਸੰਤੁਸ਼ਟੀ ਪੁਲਿਸੀਆਂ ਤੋਂ ਲੁਕੀ ਨਾ ਰਹਿ ਸਕੀ। ਇਹ ਉਸਦੇ ਸਿੰਘ ਸਾਹਿਬ ਨਾਲ ਸਬੰਧਾਂ ਨੂੰ ਉਜਾਗਰ ਕਰਦੀ ਹਰਕਤ ਸੀ। ਉੱਥੇ ਹੀ ਖਲੋਤੇ ਐਸਐਸਪੀ ਗੋਬਿੰਦ ਰਾਮ ਦੇ ਇਸ਼ਾਰੇ ਤੇ ਉਸ ਨੂੰ ਫੜ ਲਿਆ ਗਿਆ। ਉੱਥੇ ਹੀ ਟਾਲੀ ਦੇ ਰੁੱਖ ਨਾਲ ਬੰਨ੍ਹ ਕੇ ਉਸ ਨੂੰ ਸਾਰੀ ਜਨਤਾ ਦੇ ਸਾਹਮਣੇ ਇੰਟੈਰੋਗੇਟ ਕੀਤਾ ਗਿਆ। ਇੱਕ ਲੱਤ ਟਾਨੀ ਨਾਲ ਬੰਨ੍ਹ ਕੇ ਦੂਜੀ ਲੱਤ ਗੋਬਿੰਦ ਰਾਮ ਖੁਦ ਖਿਚਵਾ ਰਿਹਾ ਸੀ। ਮੈਂ ਉਸ ਦੀਆਂ ਹੀ ਚੀਕਾਂ ਸੁਣਦੀ ਰਹੀ ਸੀ। ਅਥਾਹ ਤਸ਼ੱਦਦ ਸਹਾਰਦਾ ਪਰ ਸ਼ੇਰ ਵਾਂਗ ਦਹਾੜਦਾ ਉਹ ਵੀ ਆਕਰਸ਼ਿਤ ਹੋ ਗਿਆ, ਪਰ ਨਾ ਹੀ ਉਸਨੇ ਪੁਲਸੀਆਂ ਨੂੰ ਕੋਈ ਭੇਦ ਦਿੱਤਾ ਤੇ ਨਾ ਹੀ ਜੁਝਾਰੂ ਸਿੰਘਾਂ ਵਾਲੀ ਆਨ ਛੱਡੀ। ਗੋਬਿੰਦ ਰਾਮ ਦੇ ਹੁਕਮ ਤੇ ਉਸ ਨੂੰ ਜਿਉਂਦੇ ਹੀ ਚੀਰ ਦਿੱਤਾ ਗਿਆ। ਪਰ ਕੌਮੀ ਸੰਘਰਸ਼ਾਂ ਵਿੱਚ ਅਜਿਹੀਆਂ ਕੁਰਬਾਨੀਆਂ ਤਾਂ ਹੁੰਦੀਆਂ ਹੀ ਨੇ। ਸਾਰੀ ਕਹਾਣੀ ਸੁਣਾ ਕੇ ਸਿੰਘ ਸਾਹਿਬ ਫੇਰ ਚਲੇ ਗਏ। ਅਗਲੇ ਦਿਨ ਫੇਰ ਆਏ ਤੇ ਘਰ ਦੇ ਬਜ਼ੁਰਗ ਦੀ ਡਿਊਟੀ ਲਾ ਗਏ ਮੈਨੂੰ ਰਿਆਲੀ ਪਿੰਡ ਵਿੱਚ ਪਹੁੰਚਾ ਦੇਣ ਦੀ। ਉਸ ਤੋਂ ਅਗਲੇ ਦਿਨ ਉਸ ਘਰ ਦਾ ਬਜ਼ੁਰਗ ਸਾਈਕਲ ਤੇ ਬਿਠਾ ਕੇ ਮੈਨੂੰ ਰਿਆਲੀ ਪਿੰਡ ਵਿੱਚ ਛੱਡ ਕੇ ਚਲਾ ਗਿਆ। ਮੈਂ ਉਸ ਬੈਗ ਤੇ ਜਾ ਆਪੜੀ ਜਿਸ ਬਾਰੇ ਸਿੰਘ ਸਾਹਿਬ ਨੇ ਮੈਨੂੰ ਦੱਸਿਆ ਸੀ। ਇਹ ਸਨ 1990 ਦੇ ਆਰੰਭ ਦੀ ਗੱਲ ਹੈ, ਜਦੋਂ ਹਾਈ ਕਮਾਂਡ ਵੱਲੋਂ ਹਦਾਇਤਾਂ ਆਈਆਂ ਕਿ ਜਥੇਬੰਦੀ ਦੇ ਸਾਰੇ ਸਿੰਘਾਂ ਨੂੰ ਹੀ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ 5 ਪਿਆਰਿਆਂ ਦੇ ਪੇਸ਼ ਕਰਨਾ ਹੈ ਤੇ ਜਥੇ ਦੀ ਰਹਿਤ 'ਚ ਪਰਪੱਕ ਕਰਨਾ ਹੈ। ਹੁਣ ਤੱਕ ਸਾਡੇ ਗਰੁੱਪ ਵਿੱਚੋਂ ਇਸ ਤਰ੍ਹਾਂ ਦਾ ਕੋਈ ਅਸੂਲ ਨਹੀਂ ਸੀਗਾ। ਸਿੰਘ ਸਾਹਿਬ ਖੁਦ ਰੂਹ-ਪੋਸ਼ ਹੋਣ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਧੇਰੇ ਨੇੜੇ ਸਨ ਤੇ ਸਾਕਾ ਨੀਲਾ ਤਾਰਾ ਤੋਂ ਬਾਅਦ ਬੱਬਰਾਂ ਦੇ ਸੰਪਰਕ ਵਿੱਚ ਆਏ ਸਨ। ਉਹ ਸਾਡੇ ਵਿਆਹ ਸਮੇਂ ਵੀ ਇਹਨਾਂ ਨੇ ਇੱਕ ਸਿੰਘ ਨੂੰ ਉਚੇਚੇ ਚੌਂਕ ਮਹਿਤਾ ਭੇਜ ਕੇ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਆਇਆ ਹੁਕਮਨਾਮਾ ਮੰਗਵਾਇਆ ਸੀ। ਸਾਬਾ ਤਾਂ ਪੜਦਾ ਹੀ ਦਮਦਮੀ ਟਕਸਾਲ ਵਿੱਚ ਰਿਹਾ ਸੀ, ਪਰ ਜਥੇਬੰਦੀ ਦਾ ਨਿਯਮ ਮੰਨਣ ਲਈ ਅਸੀਂ ਵਚਨਬੱਧ ਸਾਂ। ਵੈਸੇ ਵੀ ਇਸ ਨਿਯਮ ਤੋਂ ਇਲਾਵਾ ਜਥੇਬੰਦੀ ਦੇ ਸਿੰਘਾਂ ਵਿੱਚ ਟਕਸਾਲ ਅਤੇ ਜਥੇ ਦੋਹਾਂ ਸੰਸਥਾਵਾਂ ਬਾਰੇ ਹੀ ਪੂਰਾ ਸਤਿਕਾਰ ਸੀ। ਰਣ ਤੱਤੇ ਵਿੱਚ ਜੂਝਣ ਵਾਲੇ ਤੇ ਇੱਕੋ ਹੀ ਮਕਸਦ ਨੂੰ ਸਮਰਪਿਤ ਜੁਝਾਰੂ ਸਿੰਘ ਸੰਪਰਦਾਈ ਵੰਡੀਆਂ ਤੋਂ ਉੱਪਰ ਉੱਠ ਕੇ ਇੱਕ ਨਿਸ਼ਾਨੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ। ਅਸੀਂ 5 ਪਿਆਰਿਆਂ ਦੇ ਪੇਸ਼ ਹੋਣ ਲਈ ਗੁੱਜਰਪੁਰਾ ਪਿੰਡ ਵਿੱਚ ਇੱਕ ਜਥੇ ਨਾਲ ਸੰਬੰਧਿਤ ਸਿੰਘ ਦੇ ਘਰ ਟਾਈਮ ਰੱਖ ਲਿਆ, ਪਰ ਜਿਸ ਦਿਨ ਅਸੀਂ ਉੱਥੇ ਪੇਸ਼ ਹੋਣਾ ਸੀ ਸਾਨੂੰ ਘੇਰਾ ਪੈ ਗਿਆ ਤੇ ਅਸੀਂ ਜਿੱਧਰ ਨੂੰ ਮੂੰਹ ਹੋਇਆ ਉਧਰੋਂ ਨਿਕਲ ਤੁਰੇ। 5 ਪਿਆਰਿਆਂ ਦੇ ਕੋਲ ਪੇਸ਼ ਹੋਣ ਦਾ ਟਾਈਮ ਦੁਬਾਰਾ ਨਿਰਧਾਰਤ ਕੀਤਾ ਗਿਆ। ਜਥੇ ਦੀ ਰਹਿਤ ਰੱਖ ਕੇ ਤੈਨੂੰ ਕੇਸਕੀ ਸਜਾਉਣੀ ਪੈਣੀ ਹੈ, ਸਿੰਘ ਸਾਹਿਬ ਨੇ ਸਰਸਰੀ ਤੌਰ ਤੇ ਮੈਨੂੰ ਕਿਹਾ। ਮੈਂ ਧਿਆਨ ਨਾਲ ਉਹਨਾਂ ਦੇ ਚਿਹਰੇ ਵੱਲ ਵੇਖਿਆ, ਫਿਰ ਮੈਂ ਕੇਸਕੀ ਸਜਾਉਣ ਵਾਲੇ ਦਿਮਾਗ ਵਿੱਚ ਉਸਦੇ ਸਿੱਟੇ ਸੋਚਣੇ ਸ਼ੁਰੂ ਕਰ ਦਿੱਤੇ। ਕਾਫੀ ਸੋਚ ਵਿਚਾਰ ਕਰਨ ਪਿੱਛੋਂ ਮੈਂ ਕਿਹਾ ਵੀ ਜੇ ਮੈਂ ਕੇਸਕੀ ਕਰ ਲਈ ਤਾਂ ਫਿਰ ਮੈਂ ਖੋਲਣੀ ਨਹੀਂ ਜੇ ਹੈਗੀ, ਜਿੱਥੇ ਮਰਜ਼ੀ ਭਾਵੇਂ ਭੇਸ ਬਦਲਣ ਦੀ ਲੋੜ ਹੋਵੇ। ਸਿੰਘ ਸਾਹਿਬ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਡੂੰਘੀ ਸੋਚ ਵਿੱਚ ਡੁੱਬੇ ਰਹੇ। ਮੈਂ ਵੀ ਫਿਰ ਕੋਈ ਗੱਲ ਕਰਨੀ ਜ਼ਰੂਰੀ ਨਾ ਸਮਝੀ। ਫਿਰ ਉਹ ਕਹਿਣ ਲੱਗੇ ਵੀ ਆਪਾਂ 5 ਪਿਆਰਿਆਂ ਨਾਲ ਗੱਲ ਕਰ ਲਾਂਗੇ, ਅਦਾਲਤ ਦੇ ਦੇਣਗੇ, ਐਸੀ ਕੋਈ ਗੱਲ ਨਹੀਂ ਹੈਗੀ। ਮਿੱਥੇ ਦਿਨ ਤੇ ਅਸੀਂ ਗੁੱਜਰਪੁਰਾ ਪਿੰਡ ਵਿੱਚ ਸੰਬੰਧਿਤ ਘਰ 'ਚ ਪਹੁੰਚ ਗਏ। ਮੇਰੇ ਤੋਂ ਇਲਾਵਾ ਮਾਮਾ ਬਿਜਲੀ ਦੀ ਸਿੰਘਣੀ, ਅਜੀਤ ਸਿੰਘ ਪ੍ਰਧਾਨ ਕਾਸ਼ਤੀਵਾਲ ਵਾਲੇ ਦੀ ਸਿੰਘਣੀ ਤੇ ਇੱਕ ਬੀਬੀ ਹੋਰ ਸੀ ਉੱਥੇ। ਮਾਮਾ ਬਿਜਲੀ ਦੀ ਸਿੰਘਣੀ ਵੀ ਦਸਤਾਰ ਲਈ ਨਹੀਂ ਸੀ ਮੰਨਦੀ। ਮੈਨੂੰ ਸੰਬੰਧਿਤ ਘਰ 'ਚੋਂ ਇੱਕ ਲੜਕੀ ਨੇ ਦੱਸਿਆ ਕਿ ਪਹਿਲਾਂ ਜਦੋਂ ਤੁਸੀਂ ਨਹੀਂ ਸੀ ਪਹੁੰਚ ਸਕੇ ਉਸ ਦਿਨ 5 ਪਿਆਰਿਆਂ ਨੇ ਇੱਕ ਸਿੰਘ ਦਾ ਮੂੰਹ ਕਾਲਾ ਕਰਵਾਇਆ ਸੀ। ਮੈਨੂੰ ਇਹ ਗੱਲ ਬੜੀ ਅਜੀਬ ਜਿਹੀ ਲੱਗੀ।
ਸਿੰਘ ਸਾਹਿਬ ਨੇ ਮੈਨੂੰ ਸਮਝਾ ਦਿੱਤਾ ਕਿ ਦਸਤਾਰ ਦੇ ਮਾਮਲੇ ਵਿੱਚ 5 ਪਿਆਰਿਆਂ ਕੋਲ ਬੇਨਤੀ ਆਪ ਹੀ ਕਰ ਲਵੀਂ। ਇੱਕ ਜਣੇ ਨੂੰ ਬੁਲਾ ਕੇ 5 ਪਿਆਰੇ ਰਹਿਤ ਸਮਝਾ ਰਹੇ ਸਨ। ਰਹਿਤ ਸਮਝਾਉਂਦਿਆਂ ਜਦੋਂ ਰਹਿਤ ਵਿੱਚ ਦਸਤਾਰ ਸਜਾਉਣ ਦੀ ਹਦਾਇਤ 5 ਪਿਆਰਿਆਂ ਨੇ ਕੀਤੀ ਤਾਂ ਮੈਂ ਬੇਨਤੀ ਕਰਨ ਲਈ ਸਮਾਂ ਮੰਗ ਲਿਆ। ਇਜਾਜ਼ਤ ਮਿਲਣ ਤੇ ਮੈਂ ਕਿਹਾ ਵੀ ਭਾਈ ਸਾਹਿਬ ਜੀ, ਮੈਨੂੰ ਤਾਂ ਕਈ ਮੌਕਿਆਂ ਤੇ ਦਸਤਾਰ ਖੋਲ੍ਹਣੀ ਪਿਆ ਕਰਨੀ ਹੈ। ਦਸਤਾਰ ਨਾਲ ਤਾਂ ਪਛਾਣ ਬੜੀ ਛੇਤੀ ਹੋ ਜਾਇਆ ਕਰਨੀ ਹੈ। ਕਿਉਂ ਤੁਸੀਂ ਅੰਡਰਗਰਾਊਂਡ ਹੋ? ਮੈਨੂੰ ਪੁੱਛਿਆ ਗਿਆ। ਮੈਂ ਹਾਂ ਵਿੱਚ ਸਿਰ ਹਿਲਾਇਆ। ਘਰ ਨਹੀਂ ਜਾਂਦੇ? ਫਿਰ ਪੁੱਛਿਆ ਉਹਨਾਂ ਨੇ। ਜੀ ਨਹੀਂ। ਕਦੋਂ ਤੋਂ? ਜਦੋਂ ਤੋਂ ਆਨੰਦ ਕਾਰਜ ਹੋਏ ਨੇ। ਦਸਤਾਰ ਤੋਂ ਛੋਟ ਅਸੀਂ ਤਾਂ ਨਹੀਂ ਦੇ ਸਕਦੇ, ਮੈਨੂੰ ਕਿਹਾ ਗਿਆ। ਪਰ ਮੈਂ ਛੋਟ ਆਪਣੇ ਲਈ ਤਾਂ ਨਹੀਂ ਮੰਗ ਰਹੀ, ਕੌਮੀ ਸੰਘਰਸ਼ 'ਚ ਮਜਬੂਰੀ ਹੈ, ਮੈਂ ਕਿਹਾ। ਉਹਨਾਂ ਨੇ ਇੱਕ ਦੂਜੇ ਵੱਲ ਵੇਖ ਕੇ ਕੋਈ ਫੈਸਲਾ ਲਿਆ ਤੇ ਮੈਨੂੰ ਕਮਰੇ 'ਚੋਂ ਬਾਹਰ ਭੇਜ ਦਿੱਤਾ ਉਹਨਾਂ ਨੇ। ਅੱਧੇ ਕੁ ਘੰਟੇ ਪਿੱਛੋਂ ਮੈਨੂੰ ਫੇਰ ਅੰਦਰ ਬੁਲਾਇਆ ਗਿਆ। 5 ਪਿਆਰਿਆਂ ਵਿੱਚੋਂ ਇੱਕ ਸਿੰਘ ਮੈਨੂੰ ਮੁਖਾਤਿਬ ਹੋ ਕੇ ਕਹਿਣ ਲੱਗਾ ਵੀ ਇਹ ਸ਼ਾਇਦ ਇਤਿਹਾਸ 'ਚ ਪਹਿਲੀ ਵਾਰ ਹੋਊ, ਅਸੀਂ ਤੁਹਾਨੂੰ ਦਸਤਾਰ ਬੰਨਣ ਤੋਂ ਛੋਟ ਦੇ ਰਹੇ ਹਾਂ, ਪਰ ਫੇਰ ਵੀ ਜਿੱਥੇ ਵੀ ਮੌਕਾ ਮਿਲੇ ਉੱਥੇ ਹੀ ਦਸਤਾਰ ਬੰਨ੍ਹ ਲੈਣੀ ਹੈ। ਮੈਂ 7 ਵਚਨ ਗਿਆ। ਸਾਨੂੰ ਸਭ ਨੂੰ ਅੰਮ੍ਰਿਤ ਛਕਾਇਆ ਗਿਆ। ਫਿਰ ਰਹਿਤ ਦੱਸੀ ਗਈ। ਰਹਿਤ ਵਿੱਚ ਜੋ ਗੱਲਾਂ ਮਹੱਤਵਪੂਰਨ ਸਨ ਉਹ ਸਨ ਵੀ ਹਮੇਸ਼ਾ ਸਰਬਲੋਹ ਦੇ ਬਰਤਨ ਹੀ ਛਕਣਾ, ਹੋਰ ਕਿਸੇ ਬਰਤਨ 'ਚ ਨਹੀਂ ਛਕਣਾ, ਤੇ ਛਕਣਾ ਵੀ ਹਮੇਸ਼ਾ ਗੁਰਸਿੱਖ ਦੇ ਘਰੋਂ ਹੀ ਹੈ, ਬਾਹਰੋਂ ਨਹੀਂ ਛਕਣਾ। ਸਾਰੀ ਰਹਿਤ ਸੁਣ ਕੇ ਸਿੰਘ ਸਾਹਿਬ ਉੱਠ ਖਲੋਤੇ। ਦਾਸ ਨੇ ਇੱਕ ਬੇਨਤੀ ਕਰਨੀ ਹੈ। ਸਿੰਘ ਸਾਹਿਬ ਨੇ ਹੱਥ ਜੋੜ ਕੇ ਕਿਹਾ, ਹਾਂਜੀ ਅਸੀਂ ਰੋਹ-ਪੋਸ਼ ਰਹਿੰਦੇ ਹਾਂ। ਸਿੰਘ ਸਾਹਿਬ ਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਕਈ ਵਾਰ ਮੁਕਾਬਲੇ ਹੁੰਦੇ ਨੇ, ਨਵੀਆਂ ਥਾਵਾਂ ਤੇ ਜਾਣਾ ਪੈਂਦਾ ਹੈ। ਹਰ ਘਰ 'ਚੋਂ ਸਾਨੂੰ ਸਰਬਲੋਹ ਦੇ ਬਾਟੇ ਨਹੀਂ ਮਿਲਣੇ, ਤੁਸੀਂ ਸਰਬਲੋਹ ਦੇ ਬਾਟੇ ਨਾਲ ਰੱਖਿਆ ਕਰੋ। ਉਹਨਾਂ ਨੇ ਕਿਹਾ, ਬੇਨਤੀ ਇਹ ਹੈ ਜੀ, ਸਾਡੇ ਕੋਲ ਤਾਂ ਹਥਿਆਰ ਬਹੁਤ ਹੁੰਦੇ ਨੇ ਜਿਹੜੇ ਨਾਲ ਰੱਖਣੇ ਜ਼ਰੂਰੀ ਹੁੰਦੇ ਨੇ। ਇਸ ਹਾਲਤ ਵਿੱਚ ਸਰਬਲੋਹ ਦੇ ਬਾਟੇ ਨਾਲ ਨਹੀਂ ਰੱਖੇ ਜਾ ਸਕਦੇ। ਇਹ ਸਮੱਸਿਆ ਸਾਡੀ ਹੱਲ ਕਰੋ। 5 ਪਿਆਰੇ ਫੇਰ ਸੋਚੀ ਪੈ ਗਏ। ਇੱਕ ਬੇਨਤੀ ਹੋਰ ਆ ਜੀ। ਇਹਨਾਂ ਨੇ ਇੱਕ ਹੋਰ ਸਮੱਸਿਆ ਦਾ ਇਜ਼ਹਾਰ ਕੀਤਾ। ਸਿਰਫ ਗੁਰਸਿੱਖਾਂ ਦੇ ਹੱਥੋਂ ਛਕਣ ਦੀ ਰਹਿਤ ਨਿਭਾਉਣੀ ਵੀ ਸਾਡੇ ਲਈ ਮੁਸ਼ਕਲ ਹੈ। ਅਸੀਂ ਤਾਂ ਕਈ ਵਾਰੀ ਬਾਹਰ ਦੀਆਂ ਸਟੇਟਾਂ 'ਚ ਵੀ ਜਾਣਾ ਹੁੰਦਾ ਹੈ ਤੇ ਸਾਨੂੰ ਕਈ ਵਾਰੀ ਹੋਟਲਾਂ 'ਚੋਂ ਖਾਣਾ ਪੈਂਦਾ ਹੈ। ਇਹ ਸਮੱਸਿਆ ਵੀ ਹੱਲ ਕਰੋ ਸਾਡੀ। ਉਹਨਾਂ ਨੇ ਇੱਕ ਵਾਰ ਫੇਰ ਵਿਚਾਰ ਵਟਾਂਦਰਾ ਕੀਤਾ ਤੇ ਅਖੀਰ ਫੈਸਲਾ ਕੀਤਾ ਵੀ ਠੀਕ ਹੈ, ਇਸ ਰਹਿਤ 'ਚੋਂ ਛੋੜ ਦਿੱਤੀ ਜਾਂਦੀ ਹੈ, ਪਰ ਅਰਦਾਸ ਕਰਿਆ ਕਰੋ ਕਿ ਪਾਤਸ਼ਾਹ ਗੁਰਸਿੱਖਾਂ ਦੇ ਹੱਥੋਂ ਹੀ ਛਕਾਵੇ। ਅਸੀਂ ਸਾਰਿਆਂ ਨੇ 7 ਵਚਨ ਕਹਿ ਕੇ ਸਿਰ ਝੁਕਾ ਦਿੱਤਾ। ਮੈਂ ਮਿਲੀ ਹੋਈ ਹਦਾਇਤ ਦੇ ਮੁਤਾਬਕ ਕਿਸੇ ਠਾਰ ਅੰਦਰ ਮੌਜੂਦ ਹੋਣ ਸਮੇਂ ਦਸਤਾਰ ਸਜਾ ਲੈਂਦੀ ਤੇ ਬਾਹਰ ਨਿਕਲਣ ਸਮੇਂ ਜੂੜਾ ਪਿੱਛੇ ਨੂੰ ਕਰਕੇ ਚੁੰਨੀ ਲੈ ਲੈਂਦੀ। ਇਸ ਤਰ੍ਹਾਂ ਸਿਰ ਦੁਖਣ ਲੱਗ ਪੈਂਦਾ। ਫਿਰ ਮੈਂ ਕਈ ਵਾਰ ਬਾਹਰ ਵੀ ਦਸਤਾਰ ਸਜਾ ਕੇ ਚਲੀ ਜਾਂਦੀ, ਪਰ ਕਈ ਬੈਕਾਂ ਤੇ ਆਂਢ ਗੁਆਂਢ 'ਚ ਛੇਤੀ ਹੀ ਪਛਾਣ ਬਣ ਜਾਣ ਕਾਰਨ ਮੈਂ ਫਿਰ ਦਸਤਾਰ ਸਜਾ ਕੇ ਬਾਹਰ ਨਿਕਲਣਾ ਬੰਦ ਕਰ ਦਿੱਤਾ। ਸਾਡੀਆਂ ਬੈਕਾਂ ਵਾਲੇ ਘਰ ਭਾਵੇਂ ਜ਼ਿਆਦਾਤਰ ਸਿੱਖੀ ਰਹਿਤ ਨਾਲ ਨਹੀਂ ਸਨ ਜੁੜੇ, ਪਰ ਸਿੱਖ ਸੰਘਰਸ਼ ਨੂੰ ਤਨੋਂ ਮਨੋਂ ਸਮਰਪਿਤ ਸਨ। ਉਹ ਵਿੱਚੋਂ ਕੁਝ ਪਰਿਵਾਰ ਅਜਿਹੇ ਵੀ ਨਿਕਲ ਆਉਂਦੇ ਸਨ ਜਿਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਉਹ ਸਾਡੇ ਲਈ ਆਪਣਾ ਕੋਈ ਸਵਾਰਥ ਪੂਰਾ ਕਰਨਾ ਚਾਹੁੰਦੇ ਨੇ। ਇੱਕ ਥਾਂ ਤੇ ਬੀਬੀਆਂ ਨੇ ਮੈਨੂੰ ਕਹਿਣਾ ਵੀ ਫਲਾਣਾ ਘਰ ਬੜਾ ਤਕੜਾ ਹੈ, ਉਹ ਤੁਹਾਨੂੰ 1-2 ਲੱਖ ਆਸਾਨੀ ਨਾਲ ਦੇ ਸਕਦਾ। ਮੈਂ ਜਦੋਂ ਸਿੰਘ ਸਾਹਿਬ ਨੂੰ ਦੱਸਿਆ ਤਾਂ ਇਹ ਹੱਸ ਕੇ ਕਹਿਣ ਲੱਗੇ ਵੀ ਇਹ ਸਮਝਦੀਆਂ ਹੋਣੀਆਂ ਨੇ ਕਿ ਸ਼ਾਇਦ ਅਸੀਂ ਪੈਸਿਆਂ ਲਈ ਤੁਰੇ ਫਿਰਦੇ ਹਾਂ। ਇੱਕ ਬਹਿਕ ਵਾਲਾ ਬੰਦਾ ਕਾਫੀ ਸਮੇਂ ਤੋਂ ਪਿੰਡ 'ਚ ਹੀ ਆਪਣੀ ਇੱਕ ਵਿਰੋਧੀ ਨੂੰ ਟੌਟ ਦੱਸ ਕੇ ਸਿੰਘਾਂ ਕੋਲੋਂ ਮਰਵਾਉਣ ਲਈ ਯਤਨ ਕਰ ਰਿਹਾ ਸੀ ਤੇ ਸਿੰਘ ਸਾਹਿਬ ਸਿੱਧਾ ਜਵਾਬ ਦੇਣ ਦੀ ਥਾਂ ਟਾਲ ਮਟੋਲ ਕਰ ਰਹੇ ਸਨ ਤੇ ਸਮਾਂ ਲੰਘਾ ਰਹੇ ਸਨ। ਇੱਕ ਦਿਨ ਜਦੋਂ ਅਸੀਂ ਖੇਤ 'ਚ ਖਲੋਤੇ ਸਾਂ ਤਾਂ ਕਹਿਣ ਲੱਗਾ ਵੀ ਭਾਈ ਸਾਹਿਬ ਤੁਸੀਂ ਢਿੱਲ ਕਰੀ ਜਾਂਦੇ ਹੋ, ਉਹ ਟੌਟ ਹੈ, ਛੇਤੀ ਕੰਮ ਨਿਬੇੜੀਏ, ਇੱਥੇ ਹੀ ਸੱਦ ਕੇ ਰੋੜ ਦਿੰਨੇ ਆ। ਇੱਥੇ? ਸਿੰਘ ਸਾਹਿਬ ਨੇ ਹੈਰਾਨ ਹੋ ਕੇ ਕਿਹਾ, ਇੱਥੋਂ ਲਾਸ਼ ਕਿੱਥੇ ਸੁੱਟਾਂਗੇ? ਲਾਸ਼ ਦਾ ਕੀ ਹੈ ਭਾਈ ਸਾਹਿਬ? ਸਿੰਘ ਸਾਹਿਬ ਵੱਲੋਂ ਉਸ ਦੀ ਮਨੋਦਸ਼ਾ ਤਾੜਨ ਲਈ ਦਿੱਤੀ ਮਾੜੀ ਜਿਹੀ ਜ਼ਬਾਨੀ ਢਿੱਲ ਨਾਲ ਉਹ ਉਤਸ਼ਾਹਿਤ ਹੋ ਕੇ ਕਹਿਣ ਲੱਗਾ ਵੀ ਛੋਟੇ-ਛੋਟੇ ਟੋਟੇ ਕਰਕੇ ਇਸ ਖੇਤ 'ਚ ਖਿਲਾਰ ਦੇਾਂਗੇ ਤੇ ਫਿਰ ਖੇਤ ਵਾਹ ਕੇ ਉਤੋਂ ਪਾਣੀ ਲਾ ਦੇਾਂਗੇ। ਮੈਂ ਉਸ ਦੀ ਗੱਲ ਸੁਣ ਕੇ ਸੁੰਨ ਰਹਿ ਗਈ। ਸਿੰਘ ਸਾਹਿਬ ਨੇ ਉਸ ਨੂੰ ਘਰ ਭੇਜ ਦਿੱਤਾ ਤੇ ਅਸੀਂ ਉਸ ਦੀ ਵਹਿਸ਼ੀ ਮਾਨਸਿਕਤਾ ਤੇ ਕਾਫੀ ਸਮਾਂ ਹੈਰਾਨ ਹੁੰਦੇ ਰਹੇ। ਇਹ ਕਹਿਣ ਲੱਗੇ ਵੀ ਜੇ ਕੋਈ ਇਹੋ ਜਿਹੇ ਬੰਦਿਆਂ ਦੇ ਮਗਰ ਲਾ ਕੇ ਕਤਲ ਕਰਨ ਲੱਗ ਪਿਆ ਤਾਂ ਇਹ ਤਾਂ ਲਹਿਰ ਨੂੰ ਲੈ ਡੁੱਬਣਗੇ। ਇਸੇ ਤਰ੍ਹਾਂ ਇੱਕ ਬਹਿਕ ਵਾਲੀ ਬੀਬੀ ਸਿੰਘ ਸਾਹਿਬ ਤੋਂ ਆਪਣੇ ਸਹੁਰੇ ਨੂੰ ਮਾਰਨ ਲਈ ਸਾਈਨਾਈਡ ਮੰਗਿਆ ਕਰਦੀ ਸੀ। ਸਿੰਘ ਸਾਹਿਬ ਉਸ ਨੂੰ ਵੀ ਟਾਲ ਦਿੰਦੇ ਸਨ। ਉਸ ਬੀਬੀ ਨੇ ਵੀ ਮੈਨੂੰ ਕਈ ਵਾਰ ਕਿਹਾ ਕਿ ਸਾਈਨਾਈਡ ਦੇ ਦੇਵਾਂ, ਪਰ ਇਹਨਾਂ ਨੇ ਮੈਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ। ਫਿਰ ਵੀ ਇਹ ਸਿੱਧੀ ਨਾ ਕਰਨ ਦੀ ਬਜਾਏ ਟਾਲ ਮਟੋਲ ਕਰਕੇ ਸਮਾਂ ਟਪਾਇਆ ਕਰਦੇ ਸਨ। ਪਰ ਜ਼ਿਆਦਾਤਰ 18 ਵਾਲੇ ਨਿਸ਼ਕਾਮ ਭਾਵ ਨਾਲ ਹੀ ਸਾਡੀ ਹਰ ਤਰ੍ਹਾਂ ਦੀ ਸੰਭਾਲ ਕਰਦੇ ਸਨ, ਜਿਨ੍ਹਾਂ 'ਚੋਂ ਕਈਆਂ ਨੇ ਅੰਮ੍ਰਿਤ ਵੀ ਨਹੀਂ ਸੀ ਛਕਿਆ ਹੁੰਦਾ, ਪਰ ਉਹਨਾਂ ਦੀ ਕੌਮੀ ਸੇਵਾ ਤੇ ਜਜ਼ਬਾ ਫਖਰ ਕਰਨ ਦੇ ਯੋਗ ਸੀ। ਸੋ ਦੋਸਤੋ, ਇਹ ਸੀ ਭਾਈ ਧਰਮ ਸਿੰਘ ਕਾਸ਼ਤੀਵਾਲ ਹੋਰਾਂ ਦੇ ਜੀਵਨ ਦਾ ਭਾਗ 5ਵਾਂ ਤੇ ਭਾਗ 6ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਿੱਖਦੇ ਰਹੋ, ਅੱਗੇ ਵਧਦੇ ਰਹੋ।